ਅੱਜ ਟੈਲੀਫੋਨ ਦੀ ਸਕਰੀਨ ਉੱਪਰ ਇੱਕ ਲਾਈਨ ਲਿਖੀ ਹੋਈ ਸੀ, ਸਿੱਖ ਆਨੇ ਬਹਾਨੇ ਖਾਲਿਸਤਾਨ ਮੰਗਦੇ ਹਨ। ਖਾਲਿਸਤਾਨ ਬਣਾਉਣਾ ਚਾਹੁੰਦੇ ਹਨ। ਕਿਸੇ ਟੀਵੀ ਚੈਨਲ ਵਾਲੇ ਦੀ ਰਿਕਾਰਡਿੰਗ ਵੀ ਪਾਈ ਹੋਈ ਸੀ। ਰਿਕਾਰਡਿੰਗਾਂ ਤੇ ਮੈਂ ਸੁਣਦਾ ਨਹੀਂ ਹਾਂ, ਕਿਉਂਕਿ ਜਿੰਨਾ ਵੀ ਇਹ ਪ੍ਰਚਾਰ ਹੋ ਰਿਹਾ ਹੈ ਟੀਵੀ ਤੇ, ਜਿੰਨੇ ਵੀ ਜ਼ਿਆਦਾਤਰ ਚੈਨਲ ਚੱਲ ਰਹੇ ਹਨ ਜਾਂ ਰੇਡੀਓ ਦੇ ਚੈਨਲ ਹਨ ਜਾਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਚੈਨਲ ਹਨ, ਅਤੇ ਇੱਕ ਦੂਸਰੇ ਨੂੰ ਰਿਕਾਰਡਿੰਗਾਂ ਪਾਈਆਂ ਜਾ ਰਹੀਆਂ ਹਨ ਜਾਂ ਲਿਖ ਕੇ ਪਾਇਆ ਜਾ ਰਿਹਾ ਹੈ। ਇਹ ਸਭ ਹੀ ਕੂੜ ਪ੍ਰਚਾਰ ਹੈ। ਪਹਿਲਾਂ ਤਾਂ ਇਹ ਗੱਲ ਖਿਆਲ ਵਿੱਚ ਰੱਖੋ, ਅਗਰ ਸੱਤ ਨਾਲ ਜੁੜਨਾ ਹੈ ਨਾ ਤੇ ਕੂੜ ਪ੍ਰਚਾਰ ਤੋਂ ਬਚੋ, ਕਿਉਂਕਿ ਜੈਸਾ ਤੁਸੀਂ ਸੁਣੋਗੇ, ਜੈਸਾ ਤੁਸੀਂ ਦੇਖੋਗੇ, ਜੈਸਾ ਤੁਸੀਂ ਪੜ੍ਹੋਗੇ, ਉਹਦਾ ਹੀ ਅਸਰ ਤੁਹਾਡੇ 'ਤੇ ਹੋਵੇਗਾ, ਹੁੰਦਾ ਹੀ ਹੈ। ਤੁਸੀਂ ਗੌਰ ਕਰਿਓ, ਖਿਆਲ ਰੱਖਿਓ, ਜੈਸਾ ਲੋਕ ਪੜ੍ਹਦੇ ਸੁਣਦੇ ਹਨ ਨਾ ਵੈਸੇ ਹੀ ਹੋ ਜਾਂਦੇ ਹਨ। ਆ ਜੋ ਕੁਛ ਵੀ ਬਾਹਰ ਹੋ ਰਿਹਾ ਹੈ ਤਾਂ ਉਹਦੇ ਬਾਰੇ ਜੋ ਕੁਛ ਲੋਕ ਸੁਣਦੇ ਹਨ, ਜਿਸ ਪੱਖ ਬਾਰੇ ਵੀ ਸੁਣਦੇ ਹਨ, ਉਸ ਪੱਖ ਦੀਆਂ ਹੀ ਵਿਚਾਰਾਂ ਕਰਦੇ ਹਨ, ਉਸ ਪੱਖ ਦੀਆਂ ਹੀ ਗੱਲਾਂ ਕਰਦੇ ਹਨ, ਵੈਸੇ ਹੀ ਸੁਣਦੇ ਹਨ, ਵੈਸੇ ਹੀ ਹੋ ਜਾਂਦੇ ਹਨ, ਉਹਦਾ ਹੀ ਅਸਰ ਹੁੰਦਾ ਹੈ। ਕਿਉਂਕਿ ਜਿਹੜਾ ਮਨ ਦੇ ਤਲ 'ਤੇ ਜੀ ਰਿਹਾ ਹੈ ਉਹਨੂੰ ਤਾਂ ਬਹੁਤ ਛੇਤੀ ਹੁੰਦਾ ਹੈ। ਇਸੇ ਕਾਰਨ ਹੀ ਕਿਹਾ ਸੀ ਨਾ, ਜਿਹੜੇ ਸ਼ਾਂਤ ਪੁਰਸ਼ ਸਨ ਉਹਨਾਂ ਨੇ, ਜੋ ਨਾ ਭਜਨ ਤੇ ਨਾਰਾਇਣ ਤਿਨ ਕੇ ਮੈਂ ਨਾ ਕਰੂੰ ਦਰਸ਼ਨ, ਕਹਿੰਦੇ ਹਨ ਜਿਹੜੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਹਨ, ਚੇਤੇ ਨਹੀਂ ਕਰਦੇ ਹਨ, ਉਹਨਾਂ ਦਾ ਮੈਂ ਦਰਸ਼ਨ ਨਹੀਂ ਕਰਦਾ। ਗੱਲ ਤੇ ਕੀ ਸੁਣਨੀ ਹੈ, ਦੇਖਣਾ ਵੀ ਨਹੀਂ ਚਾਹੁੰਦਾ। ਮਨਮੁੱਖਾਂ ਤੋਂ ਟੁੱਟੀ ਭਲੀ, ਇਸੇ ਕਰਕੇ ਕਿਹਾ ਸੀ ਵੀ ਦੂਰ ਰਹੋ, ਬਚੋ। ਕਿਉਂਕਿ ਜਿੰਨੇ ਵੀ ਇਹ ਬੋਲਣ ਵਾਲੇ ਹਨ, ਤੁਸੀਂ ਸੋਚੋ, ਈਰਖਾ ਦੇ ਭਰੇ, ਦਵੈਸ਼ ਦੇ ਭਰੇ, ਨਫ਼ਰਤ ਦੇ ਭਰੇ ਬੋਲ ਰਹੇ ਹਨ ਇੱਕ ਦੂਸਰੇ ਦੇ ਬਰਖਲਾਫ। ਤੇ ਇਹਨਾਂ ਨੂੰ ਸੁਣ ਕੇ ਸ਼ਾਂਤੀ ਥੋੜ੍ਹੀ ਮਿਲੂਗੀ। ਜਿਹੜਾ ਸੁਣੂਗਾ ਉਹ ਵੈਸਾ ਹੀ ਉਹਦੇ 'ਤੇ ਅਸਰ ਹੋਵੇਗਾ ਹੀ, ਉਹਦੇ ਅੰਦਰ ਵੀ ਈਰਖਾ ਪੈਦਾ ਹੋਵੇਗੀ, ਨਫ਼ਰਤ ਪੈਦਾ ਹੋਵੇਗੀ, ਬਦਲੇ ਦੀ ਭਾਵਨਾ ਪੈਦਾ ਹੋਵੇਗੀ। ਇਸ ਤਰ੍ਹਾਂ ਹੀ ਲੋਕ ਹਿੰਸਕ ਹੋ ਜਾਂਦੇ ਹਨ। ਜ਼ਿਆਦਾਤਰ ਨੌਜਵਾਨ ਬਹੁਤ ਛੇਤੀ ਹੋ ਜਾਂਦੇ ਹਨ ਸੁਣ ਸੁਣ ਕੇ ਇਹ ਗੱਲਾਂ, ਇਹ ਲੀਡਰਾਂ ਦੀਆਂ ਪ੍ਰਚਾਰ। ਤੇ ਜੈਸਾ ਆਦਮੀ ਸੁਣਦਾ ਹੈ, ਪੜ੍ਹਦਾ ਹੈ, ਦੇਖਦਾ ਹੈ, ਵੈਸਾ ਹੀ ਉਹਦੇ 'ਤੇ ਅਸਰ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਅਗਰ ਵਾਸਤਵਿਕ ਦੇ ਵਿੱਚ ਸ਼ਾਂਤ ਹੋਣਾ ਹੈ ਨਾ, ਤੇ ਇਹ ਜਿੰਨੀਆਂ ਵੀ ਖਬਰਾਂ ਹਨ ਬਾਹਰ ਦੀਆਂ, ਜੋ ਵੀ ਚੈਨਲਾਂ ਤੋਂ ਚੱਲ ਰਿਹਾ ਹੈ ਜਾਂ ਸੋਸ਼ਲ ਮੀਡੀਆ ਤੋਂ, ਜੋ ਵੀ ਪਾਇਆ ਜਾ ਰਿਹਾ ਹੈ, ਇਹਨਾਂ ਤੋਂ ਬਚੋ। ਜਿੰਨਾ ਬਚੋਗੇ ਨਾ ਓਨਾ ਹੀ ਸ਼ਾਂਤ ਹੋਵੋਗੇ। ਹੁਣ ਤੁਸੀਂ ਖਿਆਲ ਕਰੋ, ਜਿਹੜਾ ਕੋਈ ਵੀ ਖਬਰਸਾਰ ਨਹੀਂ ਸੁਣਦਾ ਹੋਵੇਗਾ,
ਜਿਹਨੂੰ ਕੁਛ ਵੀ ਨਹੀਂ ਪਤਾ ਵੀ ਦੇਸ਼ 'ਚ ਕੀ ਹੋ ਰਿਹਾ ਹੈ, ਪ੍ਰਾਂਤ 'ਚ ਕੀ ਹੋ ਰਿਹਾ ਹੈ, ਉਹ ਜ਼ਿਆਦਾ ਸ਼ਾਂਤ ਨਾ ਹੋਵੇਗਾ। ਉਹਨੂੰ ਤੇ ਕੋਈ ਚਿੰਤਾ ਹੀ ਨਹੀਂ ਬਾਹਰ ਦੀ। ਇਸੇ ਕਾਰਨ ਹੀ ਛੋਟੇ ਬੱਚੇ ਜ਼ਿਆਦਾ ਮਸਤ ਹੁੰਦੇ ਹਨ, ਖੁਸ਼ ਹੁੰਦੇ ਹਨ, ਕਿਉਂਕਿ ਬਾਹਰ ਦੀ ਕੋਈ ਚਿੰਤਾ ਨਹੀਂ, ਨਾ ਘਰ ਦੀ ਟੈਨਸ਼ਨ ਹੈ। ਤੇ ਜਿੰਨਾ ਕੋਈ ਇਹ ਕੂੜ ਪ੍ਰਚਾਰ ਤੋਂ ਬਚਦਾ ਹੈ, ਓਨਾ ਹੀ ਆਦਮੀ ਸ਼ਾਂਤ ਹੁੰਦਾ। ਸੱਚ ਦੀ ਗੱਲ ਸੁਣਨੀ ਹੈ, ਅਗਰ ਸੱਚ ਦੇ ਨਾਲ ਜੁੜਨਾ ਹੈ। ਤੇ ਬਾਹਰ ਤੇ ਜੋ ਕੁਛ ਵੀ ਹੋ ਰਿਹਾ, ਝੂਠ ਦਾ ਹੀ ਪ੍ਰਚਾਰ, ਝੂਠ ਦੇ ਨਾਲ ਹੀ ਜੋੜਿਆ ਜਾ ਰਿਹਾ। ਝੂਠੇ ਹੀ ਸਥਾਨ ਲੋਕ ਮੰਗ ਰਹੇ ਹਨ। ਦੇਖੋ ਸਿੱਖ ਵੀ, ਖਿਆਲ ਕਰੋ ਤੁਸੀਂ ਵੀ ਖਾਲਿਸਤਾਨ ਜਿਨ੍ਹਾਂ ਨੂੰ ਇਹ ਮੰਨਦੇ ਹਨ ਗੁਰੂ, ਉਹਨਾਂ ਨੇ ਮੰਗਿਆ ਸੀ। ਕਿਤੇ ਤੁਸੀਂ ਸੁਣਿਆ ਹੈ ਵੀ ਸਤਿਗੁਰਾਂ ਨੇ ਕੋਈ ਖਾਲਿਸਤਾਨ ਮੰਗਿਆ ਹੋਵੇ ਬਾਹਰ ਧਰਤੀ 'ਤੇ? ਧਰਤੀ 'ਤੇ ਸਾਰੇ ਸਥਾਨ ਝੂਠੇ ਹਨ। ਖਾਲਸ ਦਾ ਅਰਥ ਹੁੰਦਾ ਸ਼ੁੱਧ। ਹੁਣ ਸ਼ੁੱਧ ਸਥਾਨ ਕਿਵੇਂ ਧਰਤੀ 'ਤੇ ਹੋ ਜਾਊਗਾ? ਇੱਥੇ ਤੇ ਸਾਰੇ ਸਥਾਨ ਹੀ ਝੂਠੇ ਹਨ, ਝੂਠੇ ਹਨ। ਕਹੋ ਪੰਡਿਤ ਸੂਚਾ ਕਵਨ ਥਾਉ, ਜਹਾਂ ਬੈਠ ਸਹੋਂ ਭੋਜਨ ਖਾਓ। ਕਬੀਰ ਜੀ ਕਹਿੰਦੇ ਨੇ ਕਿਹੜਾ ਸਥਾਨ ਸੁੱਚਾ ਹੈ, ਤੂੰ ਪਹਿਲਾਂ ਇਹ ਦੱਸ। ਪੰਡਿਤ ਹੀ ਝੂਠਾ ਹੈ, ਕਿਉਂਕਿ ਸਰੀਰ ਹੀ ਝੂਠਾ ਹੈ। ਸਰੀਰ ਅਪਵਿੱਤਰ ਹੈ। ਦੇਖੋ ਕਿੰਨਾ ਸਾਫ ਸੁਥਰਾ ਤੁਸੀਂ ਭੋਜਨ ਖਾਂਦੇ ਹੋ ਤੇ ਵਿਸ਼ਟਾ ਬਣ ਕੇ ਬਾਹਰ ਨਿਕਲਦਾ ਹੈ। ਐਸਾ ਕਿਹਾ ਵੀ ਹੈ ਨਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਕੀ ਸਿਉ ਤਨ ਗੱਢਿਆ, ਥੁੱਕਾਂ ਪਈਆਂ ਤੇ ਦੇਖੋ ਥੂ ਥੂ ਹੁੰਦੀ ਹੈ। ਦੇਵਤਿਆਂ ਨੂੰ ਅਪਵਿੱਤਰ ਕਰ ਦਿੰਦਾ ਹੈ ਸਰੀਰ ਇੰਨਾ ਗੰਦਾ। ਤੇ ਜਿੱਥੇ ਚਲੇ ਜਾਵੇ ਉਹ ਸਥਾਨ ਕਿਵੇਂ ਪਵਿੱਤਰ ਹੋ ਜਾਊਗਾ? ਤੇ ਕੋਈ ਪਵਿੱਤਰ ਸਥਾਨ ਥੋੜ੍ਹੀ ਹੈ ਇੱਥੇ। ਇਹ ਤੇ ਝੂਠ ਹੈ ਸਭ ਕੁਛ, ਨਾਸ਼ਵਾਨ ਹੈ, ਮਿਥਿਆ ਹੈ। ਜਗ ਰਚਨਾ ਸਭ ਝੂਠ। ਝੂਠ ਦੇ ਵਿੱਚ ਹੁਣ ਕਿਵੇਂ? ਝੂਠ ਨੂੰ ਕੌਣ ਮੰਗਦਾ? ਗੁਰੂ ਕੋਈ ਝੂਠੀ ਜਗ੍ਹਾ ਨੂੰ ਥੋੜ੍ਹੀ ਮੰਗਦੇ ਆ, ਮੰਗ ਸਕਦੇ ਨਹੀਂ। ਤੇ ਖਾਲਸ ਸਥਾਨ ਜਿਹੜਾ ਹੈ ਨਾ, ਉਹ ਬਾਹਰ ਕਿਤੇ ਵੀ ਨਹੀਂ ਹੋ ਸਕਦਾ ਹੈ। ਪਰ ਖਾਲਸ ਸਥਾਨ ਦੇ ਵਿੱਚ ਹੋਇਆ ਜਾ ਸਕਦਾ ਹੈ। ਖਿਆਲ ਵਿੱਚ ਰੱਖੋ। ਤੇ ਫਿਰ ਇਹ ਜਿਹੜੇ ਬਾਹਰਲੇ ਸਥਾਨ ਹਨ, ਇਹ ਸਦਾ ਨਹੀਂ ਰਹਿਣ ਵਾਲੇ ਹਨ, ਮਿਟਣਗੇ ਹੀ। ਕਿਉਂਕਿ ਧਰਤੀ ਸਦਾ ਨਹੀਂ ਰਹਿਣ ਵਾਲੀ, ਇੱਥੇ ਸਭ ਕੁਛ ਮਿਟਦਾ ਹੈ ਸਮੇਂ ਅਨੁਸਾਰ, ਮਿਟੇਗਾ ਹੀ, ਸਭ ਸਥਾਨ ਮਿਟਣਗੇ। ਫਿਰ ਇਹ ਸਥਾਨਾਂ 'ਤੇ ਦੂਸਰੇ ਕਬਜ਼ਾ ਵੀ ਕਰ ਲੈਂਦੇ ਆ, ਬਚਾ ਕੇ ਵੀ ਰੱਖਣੇ ਪੈਂਦੇ ਹਨ, ਤਾਂ ਵੀ ਬਚੇ ਕਿੱਥੇ ਰਹਿੰਦੇ ਆ। ਪਰ ਜਿਹੜਾ ਉਹ ਸਥਾਨ ਹੈ, ਜਿਹੜੇ ਸਥਾਨ 'ਤੇ ਕਬੀਰ ਜੀ ਰਹਿ ਰਹੇ ਸਨ, ਜਾਂ ਰਵਿਦਾਸ ਜੀ, ਬੇਗਮਪੁਰਾ ਸ਼ਹਿਰ ਕੋਲ, ਉਹ ਖਾਲਿਸਤਾਨ 'ਚ ਰਹਿ ਰਹੇ ਸਨ, ਸ਼ੁੱਧ ਸਥਾਨ 'ਚ।
ਤੋ ਉਸ ਸਥਾਨ ਨੂੰ ਤੇ ਕੋਈ ਖੋ ਵੀ ਨਹੀਂ ਸਕਦਾ, ਨਾ ਹੀ ਉੱਥੋਂ ਕੋਈ ਕੱਢ ਸਕਦਾ। ਸਦਾ ਵਾਸਤੇ ਹੀ ਉਸ ਸਥਾਨ ਦੇ ਵਿੱਚ ਬਿਰਾਜਮਾਨ ਹੋ ਜਾਂਦਾ। ਤੇ ਗੁਰੂ ਜਿਹੜੇ ਹਨ ਇਹ ਤੇ ਉਸ ਸਥਾਨ ਦੀ ਗੱਲ ਕਰ ਰਹੇ ਸਨ। ਜਿਹੜਾ ਤੁਹਾਡੇ ਅੰਦਰ ਹੈ, ਜਿਹੜੇ ਬਾਹਰ ਹਨ ਉਹ ਝੂਠ ਹਨ। ਜਿਹੜਾ ਵਾਸਤਵਿਕ ਦੇ ਵਿੱਚ ਅੰਦਰ ਹੈ, ਅੰਦਰ ਵੀ ਨਹੀਂ ਕਹਿ ਸਕਦੇ ਹਾਂ ਆਪਾਂ ਨੂੰ। ਫਿਰ ਵੀ ਅੰਦਰ ਕਹਿਣਾ ਪੈਂਦਾ ਹੈ, ਕਿਉਂਕਿ ਬਾਹਰੋਂ ਧਿਆਨ ਹਟਾਉਣਾ ਪੈਂਦਾ ਹੈ। ਧਿਆਨ ਹਟਾ ਕੇ ਉਹ ਫਿਰ ਅੰਦਰੋਂ ਦਿਖਦਾ ਹੈ, ਦਿਖਦਾ ਅੰਦਰੋਂ ਹੈ। ਪਹੁੰਚਦਾ ਆਦਮੀ ਅੰਦਰੋਂ ਹੈ ਉਸ ਸਥਾਨ 'ਤੇ। ਬਾਹਰਲੇ ਸਥਾਨਾਂ 'ਤੇ ਤੁਸੀਂ ਬਾਹਰ ਪਹੁੰਚਦੇ ਹੋ, ਖਿਆਲ ਵਿੱਚ ਰੱਖੋ। ਬਾਹਰਲੇ ਜਿਹੜੇ ਸਥਾਨ ਹਨ ਉਹ ਦਿਖਦੇ ਵੀ ਬਾਹਰ ਹਨ, ਅੱਖਾਂ ਦੇ ਰਾਹੀਂ ਦਿਖ ਜਾਓਗੇ ਤੁਹਾਨੂੰ ਸਥਾਨ ਦਿਖ ਰਿਹਾ ਹੈ। ਕੋਈ ਧਾਰਮਿਕ ਸਥਾਨ ਤੁਸੀਂ ਕਹਿੰਦੇ ਪਵਿੱਤਰ ਹੈ, ਤੋ ਬਾਹਰ ਹੈ। ਬਾਹਰਲੀਆਂ ਇੰਦਰੀਆਂ ਬਾਹਰਲੇ ਸਥਾਨਾਂ 'ਤੇ ਜਾਂਦੀਆਂ, ਪਰ ਬਾਹਰਲੇ ਸਥਾਨਾਂ ਤੋਂ ਹਟ ਗਏ ਜਦੋਂ ਤੁਸੀਂ, ਤੇ ਫਿਰ ਉਹ ਅੰਦਰਲੇ ਸਥਾਨ ਵੱਲ ਜਾਓ। ਦਸੋਂ ਦਵਾਰ ਥਾਂ 9 ਦਰਵਾਜ਼ੇ ਠਾਕਰ ਆਏ, 10ਵਾਂ ਨਿਜ ਘਰ ਵਾਸਾ ਪਾਇਨ। ਉੱਥੇ ਉਹ ਹੈ ਖਾਲਿਸਤਾਨ, ਜਿਹਨੂੰ ਕਬੀਰ ਜੀ ਨੇ ਸੁਣ ਕਿਹਾ ਹੈ, ਜੀਵਤ ਸੁਨ ਸਮਾਨਿਆ ਗੁਰ ਸਾਖੀ ਜਗ। ਉਹਦੇ ਵਿੱਚ ਅਸ਼ੁੱਧੀ ਨਹੀਂ ਹੈ, ਬਿਲਕੁਲ ਰੰਚਕ ਮਾਤਰ ਵੀ। ਇਸ ਕਰਕੇ ਉਹਨੂੰ ਨਿਰੰਜਨ ਕਿਹਾ ਹੈ। ਅੰਜਨ ਤੂੰ ਰਹਿਤ, ਕਾਲਕ ਤੂੰ ਰਹਿਤ, ਪਵਿੱਤਰ 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 ਪੁਨੀਤ। ਉਹ ਹੈ ਖਾਲਸ। ਤੋ ਉਸ ਸਥਾਨ 'ਤੇ ਗੁਰਸਿੱਖਾਂ ਨੂੰ ਕਿਹਾ ਸੀ ਨਾ ਵੀ ਜਿਹੜੇ ਖਾਲਸਾ ਹੋਣਗੇ ਉਹ ਮੇਰੇ ਸਥਾਨ 'ਤੇ ਮੇਰੇ ਵਰਗੇ ਹੀ ਹੋਣਗੇ, ਅੰਦਰੋਂ, ਬਾਹਰੋਂ ਨਹੀਂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਅੰਦਰੋਂ, ਬਾਹਰੋਂ ਥੋੜ੍ਹੀ।